ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। सिख इतिहास ਵਿੱਚ ਸ੍ਰੀ ਦਰਬਾਰ ਸਾਹਿਬ ਦਾ ਨਿਆਰਾ ਹੀ ਮਹੱਤਵ ਹੈ। ਜੂਨ 1984 ਵਿੱਚ ਭਾਰਤੀ ਫੌਜ ਦੁਆਰਾ ਸਿੱਖਾਂ ਦੇ ਸ਼੍ਰੋਮਣੀ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤੇ ਗਏ ਹਮਲੇ ਉਪਰੰਤ ਪੈਦਾ ਹੋਈ ਹਾਲਤ ਬਾਰੇ ਹਰ ਟਿੱਪਣੀ ਕਰ ਉਸ ਦੀ ਕੌਮ, ਜਾਤ ਜਾਂ ਵਿਚਾਰਧਾਰਾ ਕੋਈ ਵੀ ਹੋਵੇ, ਇਸ ਨਿਰਣੇ ਤੇ ਆਪੜਿਆ ਕਿ ਇਸ ਘਟਨਾ ਨੇ ਆਮ ਰੂਪ ਵਿੱਚ ਹੀ ਸਿੱਖ ਭਾਈਚਾਰੇ ਅੰਦਰ ਭਾਰਤੀ ਰਾਜ ਪ੍ਰਤੀ ਗੁੱਸੇ ਤੇ ਬੇਗਾਨਗੀ ਦੀ ਤੀਬਰ ਤਰੰਗ ਪੈਦਾ ਕਰ ਦਿੱਤੀ ਸੀ। ਸਿੱਖ ਜਗਤ ਅੰਦਰ ਇਸ ਘਟਨਾ ਲਈ ਜ਼ਿੰਮੇਵਾਰ ਤਾਕਤਾਂ ਤੇ ਵਿਅਕਤੀਆਂ ਬਾਰੇ ਸਮਝ ਦੇ ਵਖਰੇਵਿਆਂ ਦੇ ਬਾਵਜੂਦ ਸਿੱਖਾਂ ਦੇ ਲਗਭਗ ਸਾਰੇ ਵਰਗਾਂ ਨੇ ਭਾਰਤ ਅੰਦਰ ਹਿੰਦੂ ਹੁਕਮਰਾਨਾਂ ਹੱਥੋਂ ਅਪਮਾਨਿਤ ਹੋਏ ਮਹਿਸੂਸ ਕੀਤਾ ਅਤੇ ਇਸ ਵਾਰਦਾਤ ਨੂੰ ਆਜ਼ਾਦ ਭਾਰਤ ਅੰਦਰ ਸਿੱਖ ਕੌਮ ਨਾਲ ਹੋਇਆ ਵਸੀਹ ਬੇਇਨਸਾਫੀਆਂ ਤੇ ਵਧੀਕੀਆਂ ਦੇ ਸਿਲਸਿਲੇ ਦੀ ਇੰਤਹਾ ਵਜੋਂ ਲਿਆ ਗਿਆ। ਸੁਭਾਵਿਕ ਹੀ ਇਸ ਹਮਲੇ ਦੀ ਸਭ ਤੋਂ ਵੱਧ ਕਸਕ ਧਾਰਮਿਕ ਸ਼ਰਧਾ ਭਾਵ ਰੱਖਣ ਵਾਲੇ ਸਿੱਖ ਵਰਗ ਨੇ ਮੰਨੀ। ਸਿੱਖ ਜਗਤ ਅੰਦਰ ਇਸ ਵਰਗ ਦੀ ਗਿਣਤੀ ਨਿਗੁਣੀ ਨਹੀਂ ਚੋਖੀ ਹੈ। ਇਹ ਗੱਲ ਨਹੀਂ ਕਿ ਆਪਣੇ ਧਾਰਮਿਕ ਸ਼ਰਧਾ ਭਾਵ ਦੀ ਵਜ੍ਹਾ ਕਰਕੇ ਇਹ ਵਰਗ ਹਮਲੇ ਤੋਂ ਪਹਿਲਾਂ ਆਮ ਰੂਪ ਵਿੱਚ ਹੀ ਰਾਜ ਜਾਂ ਸਰਕਾਰ ਵਿਰੋਧੀ ਝੁਕਾਅ ਰੱਖਦਾ ਸੀ। ਹਰਿਮੰਦਰ ਸਾਹਿਬ ਉੱਤੇ ਫੌਜੀ ਹਮਲੇ ਤੋਂ ਪਹਿਲਾਂ ਇਹ ਵਰਗ ਰਾਜਸੀ ਵਿਚਾਰਧਾਰਾ ਤੇ ਵਫਾਦਾਰੀ ਦੇ ਪੱਖੋਂ ਵੰਨ-ਸੁਵੰਨੀ ਤਸਵੀਰ ਮੁਹੱਈਆ ਕਰਦਾ ਸੀ। 1947 ਤੋਂ ਬਾਅਦ ਭਾਰਤ ਅੰਦਰ ਸਿੱਖ ਕੌਮ ਨੂੰ ਲਗਾਤਾਰ ਭੁਗਤਣੀ ਪੈ ਰਹੀ ਫਿਰਕੂ ਵਿਤਕਰੇਬਾਜ਼ੀ, ਧੱਕੇ ਧੋੜੇ ਤੇ ਬੇਇਨਸਾਫੀਆਂ ਦੇ ਬਾਵਜੂਦ ਧਾਰਮਿਕ ਸ਼ਰਧਾ ਭਾਵ ਰੱਖਣ ਵਾਲੇ ਸਿੱਖ ਵਰਗ ਦੇ ਵਸੀਹ ਹਿੱਸੇ ਭਾਰਤੀ ਰਾਜ ਭਾਗ ਨਾਲ ਚਿੜੇ ਰੂਪ ਵਿੱਚ ਜੁੜੇ ਆ ਰਹੇ ਹਨ। ਉਹਨਾਂ ਚੋਂ ਕੁਝ ਕੁ ਅਲੱਗ-ਅਲੱਗ ਖੇਤਰਾਂ ਅੰਦਰ ਉੱਚੀਆਂ ਪਦਵੀਆਂ ਤੇ ਸੁਸ਼ੋਭਿਤ ਸਨ। ਉਹਨਾਂ ਚੋਂ ਬਹੁਤੇ ਆਮ ਕਰਕੇ ਹੀ ਰਾਜਨੀਤੀ ਤੋਂ ਪਰਹੇਜ਼ ਕਰਕੇ ਚੱਲ ਰਹੇ ਸਨ। ਸਿੱਖ ਰਾਜਨੀਤੀ ਤੋਂ ਤਾਂ ਖਾਸ ਕਰਕੇ ਹੀ ਉਹਨਾਂ ਚੋਂ ਕਈਆਂ ਦਾ ਸਿੱਖ ਕੌਮ ਦੀਆਂ ਰਾਜਸੀ ਉਮੰਗਾਂ ਪ੍ਰਤੀ ਵਤੀਰਾ ਖਾਸ ਕਰਕੇ ਨੱਕ ਚੜ੍ਹਾਵਾ ਸੀ। ਆਪਣੇ ਆਪ ਨੂੰ ਧਾਰਮਿਕ ਤੌਰ ਤੇ ਸਿੱਖ ਭਾਈਚਾਰੇ ਦਾ ਅੰਗ ਸਮਝਦੇ ਹੋਏ ਵੀ ਉਹ ਰਾਜਨੀਤਿਕ ਤੌਰ ਤੇ ਆਪਣੇ ਆਪ ਨੂੰ ਭਾਰਤੀ ਰਾਜ ਦੇ ਸੁਤੰਤਰ ਨਾਗਰਿਕ ਤਸੱਵਰ ਕਰਦੇ ਸਨ ਅਤੇ ਆਪਣੇ ਇਸ ਸੈਕੂਲਰ ਅਕੀਦੇ ਉੱਤੇ ਉਚੇਚਾ ਫਖਰ ਮਹਿਸੂਸ ਕਰਦੇ ਸਨ। ਪਰੰਤੂ ਹਰਿਮੰਦਰ ਸਾਹਿਬ ਉੱਤੇ ਫੌਜੀ ਹਮਲੇ ਦੀ ਵਾਰਦਾਤ ਨੇ ਇਸ ਵਰਗ ਦੀ ਸੋਚ ਅਤੇ ਸੰਵੇਦਨਾ ਨੂੰ ਇੱਕ ਜ਼ੋਰਦਾਰ ਝੰਜੋੜਾ ਦੇ ਦਿੱਤਾ, ਜਿਸ ਨਾਲ ਭਾਰਤੀ ਰਾਜ ਅੰਦਰ ਸਿੱਖਾਂ ਦੀ ਸਥਿਤੀ ਤੇ ਰੁਤਬੇ ਬਾਰੇ ਇਸ ਵਰਗ ਦੇ ਸਵੈ ਸਿਰਜੇ ਭਰਮ ਚਕਨਾਚੂਰ ਹੋ ਕੇ ਰਹਿ ਗਏ। ਭਰਮਾਂ ਦੇ ਸੰਸਾਰ ਵਿੱਚ ਸੁਖੀ ਵਸ ਰਹੇ ਇਸ ਵਰਗ ਨੇ ਆਪਣੇ ਆਪ ਨੂੰ ਅਚਾਨਕ ਇੱਕ ਕੋੜੇ ਅਤੇ ਦੁਖਾਵੇਂ ਰਾਜਨੀਤਿਕ ਯਥਾਰਥ ਦੇ ਸਨਮੁਖ ਖਲੋਤੇ ਪਾਇਆ। ਇਸ ਨਾਲ ਕਈਆਂ ਦੀ ਸੋਚ ਅੰਦਰ ਇੱਕਦਮ ਤਿੱਖਾ ਬਦਲਾਅ ਆ ਗਿਆ। ਕਈਆਂ ਦੀਆਂ ਖੜੇ ਪੈਰੀ ਰਾਜਸੀ ਵਫਾਦਾਰੀਆਂ ਬਦਲ ਗਈਆਂ। ਉਹਨਾਂ ਆਜ਼ਾਦ ਭਾਰਤ ਅੰਦਰ ਆਪਣੇ ਆਪ ਨੂੰ ਪਹਿਲੀ ਵਾਰ ਇੱਕ ਦਬਾਏ ਤੇ ਦੁਰਕਾਰੇ ਹੋਏ ਘੱਟ ਗਿਣਤੀ ਭਾਈਚਾਰੇ ਦਾ ਅੰਗ ਮਹਿਸੂਸ ਕੀਤਾ। ਸ਼ਰਧਾਲੂ ਸਿੱਖਾਂ ਦੇ ਮਨਾਂ ਉੱਤੇ ਤਾਂ ਜੋ ਬੀਤੀ ਸੋ ਬੀਤੀ, ਜਿਹੜੇ ਸਿੱਖ ਸਮੇਂ ਦੇ ਦੁਸ਼ਪ੍ਰਭਾਵਾਂ ਹੇਠ ਆਪਣੇ ਧਾਰਮਿਕ ਵਿਸ਼ਵਾਸਾਂ ਤੇ ਸੰਸਕਾਰਾਂ ਨੂੰ ਤਿਲਾਂਜਲੀ ਦੇ ਗਏ ਸਨ ਅਤੇ ਜਿਨ੍ਹਾਂ ਨੇ ਆਪਣੀ ਸਿੱਖ ਪਛਾਣ ਤੇ ਵਿਰਾਸਤ ਨੂੰ ਅਮਲੀ ਤੌਰ ਤੇ ਭੁਲਾ ਦਿੱਤਾ ਹੋਇਆ ਸੀ, ਉਹਨਾਂ ਨੂੰ ਵੀ ਆਪਣੇ ਮਾਨਸਿਕ ਸੰਸਾਰ ਅੰਦਰ ਵੱਡੀ ਖਲਬਲੀ ਮੱਚੀ ਮਹਿਸੂਸ ਹੋਈ। ਦਰਬਾਰ ਸਾਹਿਬ ਉੱਤੇ ਹਮਲੇ ਦੀ ਖਬਰ ਸੁਣਦਿਆਂ ਹੀ ਉਹਨਾਂ ਦੀਆਂ ਆਪਣੇ ਧਰਮ, ਸੱਭਿਆਚਾਰ ਤੇ ਵਿਰਸੇ ਨਾਲ ਸਾਂਝਾਂ ਮੁੜ ਹਰੀਆਂ ਹੋ ਗਈਆਂ ਅਤੇ ਉਹਨਾਂ ਦੇ ਮਨਾਂ ਅੰਦਰ ਇੱਕਦਮ ਤੇ ਆਪ ਮੁਹਾਰੇ ਹੀ ਸਿੱਖੀ ਪ੍ਰੇਮ ਤੇ ਜਜ਼ਬੇ ਦੀਆਂ ਛੱਲਾਂ ਵਗ ਤੁਰੀਆਂ। ਇੱਥੋਂ ਤੱਕ ਕਿ ਉਹ ਸਿੱਖ ਜਿਹੜੇ ਮਰਕਸਵਾਦੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਚੜ੍ਹਦੀ ਉਮਰੇ ਧਰਮ ਤੋਂ ਆਮ ਰੂਪ ਵਿੱਚ ਹੀ ਆਕੀ ਹੋ ਗਏ ਸਨ, ਉਹਨਾਂ ਚੋਂ ਵੀ ਬਹੁਤ ਸਾਰਿਆਂ ਅੰਦਰ ਮੁੜ ਤੋਂ ਸਿੱਖੀ ਪਿਆਰ ਦਾ ਅਮੋੜ ਜਜ਼ਬਾ ਉਮੜ ਆਇਆ ਅਤੇ ਉਹਨਾਂ ਮੁੱਦਤਾਂ ਬਾਅਦ ਆਪਣੇ ਆਪ ਨੂੰ ਘਰ ਪਰਤੇ ਮਹਿਸੂਸ ਕੀਤਾ। ਇਸ ਤੋਂ ਇਲਾਵਾ ਲੱਖਾਂ ਦੀ ਗਿਣਤੀ ਵਿੱਚ ਆਮ ਸਾਧਾਰਨ ਸਿੱਖ, ਜਿਨ੍ਹਾਂ ਦਾ ਸਿੱਖ ਮਸਲਿਆਂ ਜਾਂ ਸਿੱਖ ਰਾਜਨੀਤੀ ਨਾਲ ਇਸ ਤੋਂ ਪਹਿਲਾਂ ਉੱਕਾ ਹੀ ਕੋਈ ਵਜ੍ਹਾ ਵਾਸਤਾ ਨਹੀਂ ਸੀ ਅਤੇ ਜੋ ਬਾਹਰ ਮੁਖੀ ਹਾਲਾਤਾਂ ਤੋਂ ਬੇਵਾਸਤਾ ਆਪੋ ਆਪਣੇ ਧੰਦਿਆਂ ਕਾਰੋਬਾਰਾਂ ਵਿੱਚ ਮਸਰੂਫ ਸਨ।
ਹਰਿਮੰਦਰ ਸਾਹਿਬ ਉੱਤੇ ਹਮਲੇ ਦੀ ਖਬਰ ਨੇ ਉਹਨਾਂ ਚੋਂ ਬਹੁਤ ਜਣਿਆਂ ਦੀ ਸੋਚ ਤੇ ਜ਼ਿੰਦਗੀ ਦਾ ਰੁਖ ਹੀ ਬਦਲ ਕੇ ਰੱਖ ਦਿੱਤਾ। ਇੱਕ ਅਮਰੀਕਾ ਵਿੱਚ ਜੰਮੇ ਪਲੇ ਸਿੱਖ ਦੇ ਸ਼ਬਦਾਂ ਵਿੱਚ 6 ਜੂਨ 1984 ਸਾਡੇ ਲਈ ਜ਼ੀਰੋ ਟਾਈਮ ਹੋ ਗੁਜ਼ਰਿਆ, ਯਾਨੀ 6 ਜੂਨ 1984 ਤੋਂ ਪਹਿਲਾਂ ਦਾ ਜੀਵਨ ਉਹਨਾਂ ਲਈ ਬੇਮਾਨਾ ਹੋ ਗਿਆ। ਉਹ ਪਹਿਲਾਂ ਕੀ ਸੋਚਦੇ ਜਾਂ ਕਰਦੇ ਕਮਾਉਂਦੇ ਸਨ, ਇਸ ਦਾ ਕੋਈ ਅਰਥ ਮਹੱਤਵ ਨਹੀਂ ਸੀ ਰਿਹਾ। ਹਰਿਮੰਦਰ ਸਾਹਿਬ ਦੇ ਹਮਲੇ ਦੀ ਖਬਰ ਨਾਲ ਉਹਨਾਂ ਦੇ ਜੀਵਨ ਦੀ ਇੱਕ ਅਸਲੋਂ ਹੀ ਨਵੀਂ ਸ਼ੁਰੂਆਤ ਹੋ ਗਈ। ਜੋ ਪਹਿਲਾਂ ਸਿਰੋਂ ਮੋਨੇ ਸਨ, ਉਹਨਾਂ ਦੇ ਸਿਰਾਂ ਤੇ ਜੁੜੇ ਤੇ ਦਸਤਾਰਾਂ ਪ੍ਰਗਟ ਹੋ ਗਈਆਂ। ਜਿਨ੍ਹਾਂ ਆਪਣੇ ਆਪ ਨੂੰ ਸ਼ਰਾਬ ਤੇ ਸਿਗਰਟ ਨੋਸ਼ੀ ਵਰਗੇ ਵਿਕਾਰਾਂ 'ਚ ਡੋਬ ਰੱਖਿਆ ਹੋਇਆ ਸੀ, ਉਹਨਾਂ ਨੇ ਨਵਾਂ ਆਚਰਣ ਧਾਰਨ ਕਰ ਲਿਆ। ਜੋ ਧਰਮ ਤੋਂ ਬੇਮੁਖ ਹੋ ਗਏ ਸਨ, ਉਹ ਵਾਪਸ ਧਰਮ ਵੱਲ ਪਰਤ ਆਏ। ਜੋ ਸਿੱਖ ਰਾਜਨੀਤੀ ਤੋਂ ਬਦਜਨ ਜਾਂ ਬੇਵਾਸਤਾ ਸਨ, ਉਹਨਾਂ ਅੰਦਰ ਰਾਜਸੀ ਜਗਿਆਸਾ ਪੈਦਾ ਹੋ ਗਈ ਅਤੇ ਹਰ ਕੋਈ ਆਪੋ ਆਪਣੀ ਸਮਰੱਥਾ ਦੇ ਝੁਕਾਅ ਮੁਤਾਬਕ ਸਿੱਖ ਸੰਘਰਸ਼ ਦੇ ਖੇਤਰ ਅੰਦਰ ਕਰਮਸ਼ੀਲ ਹੋ ਤੁਰਿਆ। ਕਿਸੇ ਨੇ ਬੰਦੂਕ ਚੁੱਕ ਲਈ, ਕਿਸੇ ਨੇ ਕਲਮ ਉਠਾ ਲਈ, ਕਿਸੇ ਨੇ ਜਨਤਕ ਸਰਗਰਮੀ ਦਾ ਪਿੜ ਮੱਲ ਲਿਆ। ਜਿਨ੍ਹਾਂ ਪੜ੍ਹੇ ਲਿਖੇ ਪਤਵੰਤੇ ਸਿੱਖਾਂ ਨੇ ਰਾਜ ਸੇਵਾ ਨੂੰ ਆਪਣਾ ਧਰਮ ਸਮਝ ਰੱਖਿਆ ਸੀ, ਉਹਨਾਂ ਦੀ ਸੋਚ ਨੇ ਨਵੇਂ ਪਾਸੇ ਪਰਤ ਲਏ। ਜਿਨ੍ਹਾਂ ਕੋਲੋਂ ਸਰਿਆ, ਉਹਨਾਂ ਨੇ ਨੌਕਰੀਆਂ, ਪਦਵੀਆਂ ਤੇ ਸਨਮਾਨ ਨੂੰ ਲੱਤ ਮਾਰ ਦਿੱਤੀ। ਬਾਕੀਆਂ ਨੇ ਬੁੱਝੇ ਮਨਾਂ ਨਾਲ ਰਾਜ ਸੇਵਾ ਦਾ ਆਪਣਾ ਧਰਮ ਨਿਭਾਉਣਾ ਜਾਰੀ ਰੱਖਿਆ। ਇੱਥੇ ਇਹ ਅਹਿਮ ਸਵਾਲ ਖੜਾ ਹੁੰਦਾ ਹੈ ਕਿ ਸਿੱਖ ਭਾਈਚਾਰੇ ਦੁਆਰਾ ਪ੍ਰਗਟਾਇਆ ਗਿਆ ਇਹ ਗੁਸੈਲਾ ਪ੍ਰਤੀਕਰਮ ਕਿ ਭਾਰਤੀ ਹਾਕਮਾਂ ਦੀ ਅਗਾਊ ਗਿਣਤੀ ਤੇ ਯੋਜਨਾ ਵਿੱਚ ਹੈ ਸੀ। ਇਸ ਦਾ ਜਵਾਬ ਹਾਂ ਤੇ ਨਾ ਦੋਨਾਂ ਵਿੱਚ ਦਿੱਤਾ ਜਾ ਸਕਦਾ ਹੈ। ਹਮਲੇ ਤੋਂ ਪਹਿਲਾਂ ਇਹ ਵਸੀਹ ਪੈਮਾਨੇ ਤੇ ਅਤੇ ਜਿਸ ਬਾਰੀਕੀ ਤੱਕ ਜਾ ਕੇ ਤਿਆਰੀਆਂ ਕੀਤੀਆਂ ਗਈਆਂ ਸਨ, ਉਸ ਤੋਂ ਲੱਗਦਾ ਹੈ ਕਿ ਭਾਰਤੀ ਹਾਕਮ ਸਿੱਖ ਪ੍ਰਤੀਕਰਮਾਂ ਦੀ ਸੰਭਾਵਨਾ ਤੇ ਖਤਰੇ ਤੋਂ ਉੱਕਾ ਹੀ ਅਣਜਾਣ ਜਾਂ ਅਵੇਸਲੇ ਨਹੀਂ ਸਨ। ਇਹ ਤਿਆਰੀਆਂ ਦੋਨੋਂ ਪੱਧਰ ਤੇ ਕੀਤੀਆਂ ਗਈਆਂ, ਪ੍ਰਬੰਧਕੀ ਤੇ ਨਾਲ ਹੀ ਰਾਜਨੀਤਿਕ ਤੇ ਵਿਚਾਰਧਾਰਕ ਵੀ। ਸਿੱਖਾਂ ਨੂੰ ਫੌਜੀ ਤਾਕਤ ਦੇ ਜ਼ੋਰ ਦਬਾਉਣ ਤੇ ਦਬਕਾਉਣ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਦੇ ਨਾਲੋਂ ਨਾਲ ਉਹਨਾਂ ਨੂੰ ਵਿਚਾਰਧਾਰਕ ਤੇ ਰਾਜਸੀ ਤੌਰ ਤੇ ਭਰਮਾਉਣ ਤੇ ਹੋਣ ਦੀ ਵੀ ਪੂਰੀ ਵਾਹ ਲਾ ਦਿੱਤੀ ਗਈ। ਪਹਿਲਾ ਹਮਲਾ ਕਰਨ ਮੌਕੇ ਗਿਣ ਮਿੱਥ ਕੇ ਸਿੱਖ ਫੌਜੀ ਜਰਨੈਲਾਂ ਨੂੰ ਮੂਹਰੇ ਲਾਇਆ ਗਿਆ। ਫਿਰ ਹਮਲੇ ਤੋਂ ਬਾਅਦ ਸਿੱਖ ਪ੍ਰਤੀਕਰਮ ਨੂੰ ਬੋਚਣ ਤੇ ਬੇਅਸਰ ਕਰਨ ਲਈ ਸਿਰ ਕੱਢ ਸਿੱਖਾਂ ਦੇ ਮੂੰਹੋਂ ਝੂਠ ਬੁਲਾਉਣ ਦੀ ਕਵਾਇਦ ਕੀਤੀ ਗਈ। ਈਡੀਏ ਅੰਦਰ ਸਿੱਖ ਫੌਜੀ ਜਰਨੈਲ, ਅਫਸਰਸ਼ਾਹਾਂ, ਕਾਨੂੰਨਦਾਨਾਂ, ਸਿੱਖਿਆ ਸ਼ਾਸਤਰੀਆਂ, ਸਾਹਿਤਕਾਰਾਂ, ਲੇਖਕਾਂ, ਪੱਤਰਕਾਰਾਂ ਤੇ ਸਿਆਸਤਦਾਨਾਂ ਨੂੰ ਢੂੰਡ ਕੇ ਹੁਕਮਰਾਨਾਂ ਦੇ ਪੱਖ ਵਿੱਚ ਭੁਗਤਾਇਆ ਗਿਆ। ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਅਗਵਾਈ ਕਰਨ ਵਾਲੇ ਸਿੱਖ ਫੌਜੀ ਜਰਨੈਲ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਕੋਲੋਂ ਪ੍ਰੈਸ ਵਿੱਚ ਅਤੇ ਟੈਲੀਵਿਜ਼ਨ ਉੱਤੇ ਵਾਰ-ਵਾਰ ਇਹ ਝੂਠ ਬੁਲਾਇਆ ਗਿਆ ਕਿ ਭਾਰਤੀ ਫੌਜ ਨੇ ਹਮਲਾ ਕਰਨ ਮੌਕੇ ਬਹੁਤ ਸ਼ਰਧਾ, ਸਤਿਕਾਰ ਤੇ ਸੰਜਮ ਤੋਂ ਕੰਮ ਲਿਆ। ਹਮਲੇ ਦੀ ਕਾਰਵਾਈ ਨੂੰ ਜਾਇਜ਼ ਠਹਿਰਾਉਣ ਲਈ ਦੇਸ਼ ਦੇ ਸੰਵਿਧਾਨਕ ਮੁਖੀ ਸਿੱਖ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਕੋਲੋਂ ਸਰਕਾਰੀ ਕੰਟਰੋਲ ਹੇਠਲੇ ਰੇਡੀਓ ਤੇ ਟੈਲੀਵਿਜ਼ਨ ਤੋਂ ਬਹੁਤ ਹੀ ਉੱਚੇ ਪੱਧਰ ਦਾ ਝੂਠ ਗੁੰਨਿਆ ਭਾਸ਼ਣ ਕਰਵਾਇਆ ਗਿਆ। ਪਾਰਲੀਮੈਂਟ ਅੰਦਰ ਇੱਕ ਖਾਨਦਾਨੀ ਸਿੱਖ ਬੀਬੀ ਕੋਲੋਂ ਭਾਰਤੀ ਹਾਕਮਾਂ ਦੀ ਇਸ ਸਿੱਖ ਦੁਸ਼ਮਣ ਕਾਰਵਾਈ ਦੀ ਨਿਰਲੱਜਪੁਣੇ ਨਾਲ ਪ੍ਰੌੜਤਾ ਅਤੇ ਜੈਕਾਰ ਕਰਵਾਈ ਗਈ। ਭਾਰਤੀ ਹਾਕਮਾਂ ਦਾ ਫੌਰੀ ਸਰੋਕਾਰ ਸਿੱਖ ਕੌਮ ਦੇ ਗੁੱਸੇ ਭਰੇ ਹਿੰਸਕ ਪ੍ਰਤੀਕਰਮ ਦੀ ਰੋਕਥਾਮ ਕਰਨਾ ਸੀ। ਇਸ ਮੰਤਵ ਲਈ ਲਾਮਿਸਾਲ ਪੱਧਰ ਤੇ ਸੈਨਿਕ ਤੇ ਪ੍ਰਬੰਧਕੀ ਉਪਾਅ ਕੀਤੇ ਗਏ ਸਨ। ਨਾਲ ਹੀ ਸਿੱਖੀ ਭਾਈਚਾਰੇ ਅੰਦਰ ਬੇਗਾਨਗੀ ਦੀ ਭਾਵਨਾ ਨੂੰ ਢੱਕਣ ਤੇ ਬੇਅਸਰ ਕਰਨ ਲਈ ਗੁੰਮਰਾਹਕੁਨ ਪ੍ਰਾਪੇਗੰਡੇ ਦਾ ਹੜ ਵਗਾ ਦਿੱਤਾ ਗਿਆ। ਪਰ ਦੋ ਅੰਤਿਮ ਨਤੀਜੇ ਦੇ ਤੌਰ ਤੇ ਵੇਖਿਆ ਜਾਵੇ ਤਾਂ ਭਾਰਤੀ ਹੁਕਮਰਾਨਾਂ ਦੇ ਇਹੋ ਦੋਨੇ ਹੀ ਉਪਾਅ ਬਹੁਤੇ ਕਾਰਗਰ ਸਾਬਤ ਨਾ ਹੋ ਸਕੇ। ਭਾਵੇਂ ਪੰਜਾਬ ਦੇ ਚੱਪੇ ਤੇ ਭਾਰੀ ਗਿਣਤੀ ਵਿੱਚ ਫੌਜ ਤੈਨਾਤ ਕਰਕੇ ਸਿੱਖ ਕੌਮ ਦੇ ਖੋਲਦੇ ਜਜ਼ਬਾਤਾਂ ਨੂੰ ਘੜੀ ਦੀ ਘੜੀ ਤਾਂ ਬੰਨ ਮਾਰ ਕੇ ਢੱਕ ਲਿਆ ਗਿਆ ਸੀ, ਪਰ ਸਮਾਂ ਪੈਣ ਨਾਲ ਜਦ ਇਹ ਬੰਨ ਟੁੱਟਿਆ ਤਾਂ ਭਾਰਤੀ ਹਾਕਮਾਂ ਨੂੰ ਲੈਣ ਦੇ ਦੇਣੇ ਪੈ ਗਏ ਸਨ। ਕੌਮੀ ਅਪਮਾਨ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਜੁਝਾਰੂ ਹਥਿਆਰਬੰਦ ਸੰਘਰਸ਼ ਦੇ ਰਾਹ ਪੈ ਤੁਰੇ ਸਨ।
ਬੇਸ਼ੱਕ ਇਹ ਸੰਘਰਸ਼ ਆਪਣੇ ਕਲਪੇ ਹੋਏ ਨਿਸ਼ਾਨੇ ਤੱਕ ਤਾਂ ਨਾ ਆਪੜ ਸਕਿਆ, ਪਰ ਇਸ ਨੇ ਸਿਰਫ ਭਾਰਤ ਦੇ ਹੀ ਨਹੀਂ ਦੱਖਣੀ ਏਸ਼ੀਆ ਦੇ ਸਮੁੱਚੇ ਖੇਤਰ ਦੇ ਰਾਜਸੀ ਦ੍ਰਿਸ਼ ਨੂੰ ਅਹਿਮ ਰੂਪ 'ਚ ਬਦਲ ਕੇ ਰੱਖ ਦਿੱਤਾ। ਭਾਰਤੀ ਹਾਕਮਾਂ ਦੇ ਸਾਰੇ ਰਾਜਸੀ ਤੇ ਵਿਚਾਰਧਾਰਕ ਹੱਥਕੰਡਿਆਂ ਦੇ ਬਾਵਜੂਦ ਸਿੱਖ ਭਾਈਚਾਰੇ ਅੰਦਰ ਭਾਰਤੀ ਰਾਜ ਪ੍ਰਤੀ ਬਦਜਨੀ ਤੇ ਬੇਮੁਖਤਾ ਦੀ ਲਹਿਰ ਨੇ ਇੰਨਾ ਵੇਗ ਫੜ ਲਿਆ ਸੀ ਕਿ ਜੇ ਕਿਸੇ ਰਾਜ ਭਗਤ ਸਿੱਖ ਨੇ ਭਾਰਤੀ ਰਾਜ ਜਾਂ ਸਰਕਾਰ ਦਾ ਖੁੱਲ੍ਹ ਕੇ ਪੱਖ ਪੂਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਸਿਰਫ ਆਮ ਸਿੱਖ ਭਾਈਚਾਰੇ ਦੀਆਂ ਸਗੋਂ ਆਪਣੇ ਹੀ ਮਿੱਤਰਾਂ ਤੇ ਸਕੇ ਸੰਬੰਧੀਆਂ ਦੀਆਂ ਫਿਟਕਾਰਾਂ ਦਾ ਸਾਹਮਣਾ ਕਰਨਾ ਪਿਆ। ਕੋਈ ਵਿਰਲਾ ਹੀ ਸਰਕਾਰ ਭਗਤ ਸਿੱਖ ਹੋਵੇਗਾ ਜਿਸ ਨੂੰ ਆਪਣਿਆਂ ਦੇ ਮੂੰਹੋਂ ਗਦਾਰ ਅਤੇ ਗਿੱਧੀ ਕਹਾਉਣ ਦੇ ਮਾਨਸਿਕ ਸੰਤਾਪ ਚੋਂ ਦੀ ਨਾ ਗੁਜ਼ਰਨਾ ਪਿਆ ਹੋਵੇ। ਸੋ ਇਹ ਡਿਰਨਾ ਕੱਢਣਾ ਗਲਤ ਨਹੀਂ ਹੋਵੇਗਾ ਕਿ ਆਪਣੀ ਸਾਰੀ ਲਿਆਕਤ ਤੇ ਚਤੁਰਾਈ ਦੇ ਬਾਵਜੂਦ ਭਾਰਤੀ ਹਾਕਮ ਹਰਿਮੰਦਰ ਸਾਹਿਬ ਉੱਤੇ ਫੌਜੀ ਹਮਲੇ ਦੇ ਦੁਰਗਾਮੀ ਨਤੀਜਿਆਂ ਦਾ ਯੋਗ ਅਨੁਮਾਨ ਲਾ ਸਕਣ ਵਿੱਚ ਅਯੋਗ ਸਾਬਤ ਹੋਏ। ਇਹ ਉਹਨਾਂ ਦੀ ਕਿਸੇ ਸੈਨਿਕ ਜਾਂ ਪ੍ਰਬੰਧਕੀ ਉਣਤਾਈ ਦੀ ਵਜ੍ਹਾ ਕਰਕੇ ਨਹੀਂ ਸੀ ਹੋਇਆ। ਇਸ ਵਿੱਚ ਇੱਕ ਮਹੱਤਵਪੂਰਨ ਸਿਧਾਂਤਕ ਮੁੱਦਾ ਸ਼ਾਮਿਲ ਹੈ। ਹਰਿਮੰਦਰ ਸਾਹਿਬ ਉੱਤੇ ਫੌਜੀ ਹਮਲੇ ਨਾਲ ਸਿੱਖ ਕੌਮ ਦੇ ਧਾਰਮਿਕ ਜਜ਼ਬਾਤਾਂ ਤੇ ਭਾਵਨਾਵਾਂ ਨੂੰ ਕਿਸ ਹੱਦ ਤੱਕ ਠੇਸ ਪਹੁੰਚੇਗੀ ਅਤੇ ਇਸ ਨਾਲ ਸਿੱਖ ਕੌਮ ਕਿਸ ਕਦਰ ਮਰਨ ਤੇ ਉਤਾਰੂ ਹੋ ਜਾਵੇਗੀ। ਇਸ ਗੱਲ ਦਾ ਅਗਾਊਂ ਯੋਗ ਅਨੁਮਾਨ ਲਾਉਣ ਲਈ ਸਿੱਖਾਂ ਦੇ ਸਮੁੱਚੇ ਵਿਚਾਰ ਪ੍ਰਬੰਧ ਤੇ ਉਹਨਾਂ ਦੇ ਮਾਨਸਿਕ ਜਗਤ ਅੰਦਰ ਸ੍ਰੀ ਹਰਿਮੰਦਰ ਸਾਹਿਬ ਦੇ ਨਿਆਰੇ ਅਸਥਾਨ ਤੇ ਮਹੱਤਵ ਨੂੰ ਸਮਝਣਾ ਨਿਹਾਇਤ ਜ਼ਰੂਰੀ ਸੀ। ਪਰ ਇਹ ਗੱਲ ਸਿਰਫ ਤਾਂ ਹੀ ਸੰਭਵ ਹੋ ਸਕਦੀ ਸੀ ਜੇਕਰ ਮਸਲੇ ਨੂੰ ਸਿੱਖ ਦ੍ਰਿਸ਼ਟੀਕੋਣ ਤੋਂ ਵੇਖਣ ਤੇ ਸਮਝਣ ਦਾ ਯਤਨ ਕੀਤਾ ਜਾਂਦਾ। ਮਸਲਾ ਕਿਉਂਕਿ ਸਿੱਖਾਂ ਦਾ ਸੀ, ਸਿੱਖ ਸੰਵੇਦਨਸ਼ੀਲਤਾ ਦਾ ਸੀ, ਇਸ ਕਰਕੇ ਉਹਨਾਂ ਦਾ ਪ੍ਰਤੀਕਰਮ ਇਸ ਗੱਲ ਤੋਂ ਤੈਅ ਨਹੀਂ ਸੀ ਹੋਣਾ ਕਿ ਕੋਈ ਦੂਸਰਾ ਇਸ ਬਾਰੇ ਕੀ ਸਮਝ ਰੱਖਦਾ ਹੈ। ਇਹ ਗੱਲ ਮੁੱਖ ਰੂਪ ਵਿੱਚ ਇਸ ਮਸਲੇ ਪ੍ਰਤੀ ਸਿੱਖਿਆ ਦੀ ਆਪਣੀ ਸਮਝ ਅਤੇ ਉਹਨਾਂ ਦੀ ਆਪਣੀਆਂ ਭਾਵਨਾਵਾਂ ਤੋਂ ਹੀ ਨਿਰਧਾਰਿਤ ਹੋਣੀ ਸੀ। ਪਰੰਤੂ ਹਿੰਦੂ ਹਾਕਮਾਂ ਨੇ ਆਪਣੀ ਪੱਕ ਚੁੱਕੀ ਆਦਤ ਦੇ ਮਤ ਦੇ ਮੁਤਾਬਕ ਮਸਲੇ ਨੂੰ ਵਧੇਰੇ ਆਪਣੀ ਹੀ ਦ੍ਰਿਸ਼ਟੀ ਤੋਂ ਦੇਖਿਆ ਸੀ। ਇਸ ਨੂੰ ਹਿੰਦੂ ਹਾਕਮ ਵਰਗ ਕੋਲੋਂ ਹੋਈ ਕੋਈ ਅਚੇਤ ਜਾਂ ਅਚਨਚੇਤੀ ਭੁੱਲ ਨਹੀਂ ਕਿਹਾ ਜਾ ਸਕਦਾ। ਇਸ ਭੁੱਲ ਦੇ ਪਿੱਛੇ ਉਹਨਾਂ ਦਾ ਸਮੁੱਚਾ ਦਾਰਸ਼ਨਿਕ ਨਜ਼ਰੀਆ ਅਤੇ ਮੌਕੇ ਦੇ ਰਾਜਨੀਤਿਕ ਮੰਤਵ ਤੇ ਮੁਫਾਦ ਕੰਮ ਕਰਦੇ ਸਨ। ਸਿੱਖਾਂ ਨੂੰ ਉਹਨਾਂ ਦੇ ਧਰਮ ਨੂੰ, ਉਹਨਾਂ ਦੇ ਫਲਸਫੇ, ਸੱਭਿਆਚਾਰ ਅਤੇ ਵਿਰਸੇ ਨੂੰ, ਉਹਨਾਂ ਦੇ ਵਿਸ਼ਵਾਸਾਂ, ਅਕੀਦਿਆਂ, ਮਨੌਤਾਂ, ਰੂਹ ਰੀਤਾਂ ਤੇ ਕਦਰਾਂ ਕੀਮਤਾਂ ਨੂੰ ਨਾ ਸਮਝਣ ਦੀ ਭੁੱਲ ਹਿੰਦੂ ਲੀਡਰਸ਼ਿਪ ਦੀ ਵਜੂਦ ਸਮੂਹ ਸਿਧਾਂਤਕ ਮਰਜ਼ ਹੈ। ਉਹ ਸਿੱਖਾਂ ਨੂੰ ਹਿੰਦੂਆਂ ਦਾ ਹੀ ਇੱਕ ਵਰਗ ਸਮਝਦੇ ਹਨ ਅਤੇ ਸਿੱਖ ਧਰਮ ਨੂੰ ਹਿੰਦੂ ਮਤ ਦੀ ਹੀ ਇੱਕ ਵੰਨਗੀ ਮੰਨ ਕੇ ਚੱਲਦੇ ਹਨ। ਉਹ ਇਹ ਗੱਲ ਮੰਨਣ ਲਈ ਉੱਕਾ ਹੀ ਰਾਜੀ ਨਹੀਂ ਕਿ ਸਿੱਖ ਧਰਮ ਆਪਣੇ ਆਪ ਵਿੱਚ ਸੁਤੰਤਰ ਤੇ ਨਿਆਰਾ ਧਰਮ ਹੈ। ਇਸ ਤੋਂ ਵੀ ਅੱਗੇ ਉਹ ਇਹ ਵੀ ਜਿੱਦ ਕਰਦੇ ਹਨ ਕਿ ਸਿੱਖ ਵੀ ਆਪਣੇ ਆਪ ਨੂੰ ਤੇ ਆਪਣੇ ਧਰਮ ਨੂੰ ਉਸ ਦ੍ਰਿਸ਼ਟੀ ਤੋਂ ਹੀ ਵੇਖਣ ਜਿਸ ਦ੍ਰਿਸ਼ਟੀ ਤੋਂ ਹਿੰਦੂ ਵੇਖਦੇ ਹਨ ਅਤੇ ਸਿੱਖ ਹਿੰਦੂਆਂ ਨਾਲੋਂ ਹਟ ਕੇ ਆਪਣਾ ਵੱਖਰਾ ਜਾਂ ਸੁਤੰਤਰ ਦ੍ਰਿਸ਼ਟੀਕੋਣ ਅਪਣਾਉਣ ਦੀ ਗੁਸਤਾਖੀ ਭੁੱਲ ਕੇ ਵੀ ਨਾ ਕਰਨ। ਹਿੰਦੂ ਵਰਗ ਦੀ ਇਹ ਜਿੱਦ ਅਤੇ ਸਿੱਖ ਕੌਮ ਦੀ ਇਹ ਗੁਸਤਾਖੀ ਹੀ ਪਿਛਲੇ ਤਕਰੀਬਨ 125 ਸਾਲ ਤੋਂ ਦੋਨਾਂ ਵਰਗਾਂ ਵਿਚਕਾਰ ਸਦੀਵੀ ਖਿੱਚੋਤਾਣ ਦਾ ਕਾਰਨ ਬਣੀ ਆ ਰਹੀ ਹੈ। ਭਾਰਤੀ ਹਾਕਮਾਂ ਨੇ ਆਪਣੀ ਦ੍ਰਿਸ਼ਟੀ ਤੇ ਮਤ ਮੁਤਾਬਕ ਇਹ ਸਮਝ ਲਿਆ ਕਿ ਹਰਿਮੰਦਰ ਸਾਹਿਬ ਵੀ ਸਿੱਖਾਂ ਦਾ ਉਸੇ ਤਰ੍ਹਾਂ ਦਾ ਧਾਰਮਿਕ ਕੇਂਦਰ ਹੈ ਜਿਵੇਂ ਕਿ ਮੁਸਲਮਾਨਾਂ ਦਾ ਮੱਕਾ ਅਤੇ ਜਾਂ ਕੈਥੋਲਿਕ ਈਸਾਈਆਂ ਦਾ ਵੈਟੀਕਨ, ਅਤੇ ਇਹ ਸਿੱਖਾਂ ਦਾ ਉਸੇ ਤਰ੍ਹਾਂ ਦਾ ਹੀ ਪਵਿੱਤਰ ਸਥਾਨ ਹੈ ਜਿਵੇਂ ਹਿੰਦੂਆਂ ਲਈ ਬਨਾਰਸ, ਕਾਸ਼ੀ ਜਾਂ ਹਰਿਦੁਆਰ ਹੈ। ਆਪਣੀ ਗਲਤ ਸੋਚ ਤੇ ਜਿੱਦ ਦੀ ਵਜ੍ਹਾ ਕਰਕੇ ਉਹ ਇਹ ਗੱਲ ਸਮਝਣ ਦੇ ਸਮਰਥ ਨਾ ਹੋ ਸਕੇ ਕਿ ਹਰਿਮੰਦਰ ਸਾਹਿਬ ਸਿੱਖਾਂ ਲਈ ਇਹ ਕੁਝ ਤਾਂ ਹੈ ਹੀ, ਪਰ ਇਸ ਨਾਲੋਂ ਵੱਧ ਕੇ ਤੇ ਅਲੱਗ ਹੋਰ ਵੀ ਬਹੁਤ ਕੁਝ ਹੈ। ਜਿੰਨਾ ਚਿਰ ਕੋਈ ਇਸ ਤੱਥ ਨੂੰ ਸ਼ੁੱਧ ਹਿਰਦੇ ਨਾਲ ਸਮਝਣ ਦਾ ਯਤਨ ਨਹੀਂ ਕਰਦਾ, ਉਹਨਾਂ ਚਿਰ ਉਸ ਨੂੰ ਦਰਬਾਰ ਸਾਹਿਬ ਉੱਤੇ ਹਮਲੇ ਵਿਰੁੱਧ ਸਿੱਖ ਭਾਈਚਾਰੇ ਅੰਦਰ ਜਾਗੇ ਰੋਹ ਦੀ ਕੈਮਿਸਟਰੀ ਸਮਝ ਨਹੀਂ ਪੈ ਸਕਦੀ। ਸਿੱਖ ਹਿਰਦਿਆਂ ਅੰਦਰ ਸ੍ਰੀ ਹਰਿਮੰਦਰ ਸਾਹਿਬ ਦਾ ਕੀ ਰੁਤਬਾ ਹੈ ਅਤੇ ਇਸ ਦੀ ਅਜ਼ਮਤ ਦੀ ਰਾਖੀ ਲਈ ਉਹ ਸੁੱਤੇ ਸਿੱਧ ਹੀ ਆਪਣਾ ਖੂਨ ਵਹਾਉਣ ਲਈ ਕਿਉਂ ਤਤਪਰ ਹੋ ਜਾਂਦੇ ਹਨ।
ਇਸ ਰਹੱਸ ਨੂੰ ਸਮਝਣ ਲਈ ਸਿੱਖਾਂ ਦੇ ਫਲਸਫੇ, ਇਤਿਹਾਸ, ਰਵਾਇਤਾਂ ਤੇ ਵਿਸ਼ੇਸ਼ ਸੰਚੇ ਵਿੱਚ ਢਲੀ ਉਹਨਾਂ ਦੀ ਮਾਨਸਿਕਤਾ ਦਾ ਬੋਧ ਨਿਹਾਇਤ ਜ਼ਰੂਰੀ ਹੈ। ਇਸ ਬੋਧ ਤੋਂ ਬਿਨਾਂ ਇਸ ਰਹੱਸ ਦੀਆਂ ਅੰਤਰੀਵ ਗਹਿਰਾਈਆਂ ਦੀ ਥਾਂ ਪਾ ਸਕਣੀ ਨਾਮੁਮਕਿਨ ਹੈ। ਬਾਕੀ ਰਹਿੰਦੇ ਵਿਚਾਰ ਸੰਗਤ ਦੇ ਨਾਲ ਫਿਰ ਸਾਂਝੇ ਕਰਾਂਗੇ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।